एमेजॉन कैनेडा ते सब दोस्तों का स्वागत है। आज की वीडियो ਅਸੀਂ बनाने जा रहे हैं बिजनेस इन्वेस्टर स्ट्रीम ਦੇ ਨਾਲ रिलेटेड और स्पैशली कुछ दोस्तों का यह सवाल ਸੀ कि मैनीटोबा बिजनेस इन्वेस्टर स्ट्रीम ਤੇ ਤੁਸੀਂ ਵੀਡੀਓ ਬਣਾਓ कि किस तरह इन्वेस्टमेंट बेस ਤੇ मैनीटोबा ਦੇ ਵਿੱਚ ਆਇਆ ਜਾ ਸਕਦਾ ਹੈ। मैनीटोबा एंटरप्रेन्योर पाथवे बिजनेस इन्वेस्टर स्ट्रीम ਦੇ ਵਿੱਚ ਕੀ ਰਿਕੁਆਇਰਮੈਂਟਸ ਨੇ ਅਸੀਂ ਇਹਦੇ ਬਾਰੇ ਸਭ ਤੋਂ ਪਹਿਲਾਂ ਦੇਖਦੇ ਹਾਂ। ਇਸ ਸਟਰੀਮ ਦੇ ਹੇਠ ਤੁਸੀਂ ਕੈਨੇਡਾ ਦੇ ਵਿੱਚ ਜਦੋਂ ਆਉਣੇ ਹੋ ਤਾਂ ਤੁਸੀਂ ਪਹਿਲੇ 24 ਮਹੀਨਿਆਂ ਦੇ ਵਿੱਚ ਯਾਨੀ ਕਿ 2 ਸਾਲਾਂ ਦੇ ਵਿੱਚ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਹੁੰਦਾ ਹੈ। ਇਹਦੀਆਂ ਜੋ ਰਿਕੁਆਇਰਮੈਂਟਸ ਨੇ ਮਿਨੀਮਮ ਰਿਕੁਆਇਰਮੈਂਟਸ ਨੇ ਉਹਦੇ ਵਿੱਚ ਇਹ ਕਿ ਜੋ ਵੀ ਬਿਜ਼ਨਸ ਤੁਸੀਂ ਆ ਕੇ ਕੈਨੇਡਾ ਦੇ ਵਿੱਚ ਸਟਾਰਟ ਕਰੋਗੇ ਪਿਛਲੇ 5 ਸਾਲਾਂ ਦੇ ਵਿੱਚ 3 ਸਾਲ ਦਾ ਤੁਹਾਡੇ ਕੋਲੇ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਉਸ ਫੀਲਡ ਦੇ ਵਿੱਚ ਐਜ਼ ਅ ਬਿਜ਼ਨਸ ਓਨਰ ਜਾਂ ਫਿਰ ਤੁਸੀਂ ਉਸ ਬਿਜ਼ਨਸ ਦੇ ਵਿੱਚ ਸੀਨੀਅਰ ਮੈਨੇਜਮੈਂਟ ਦਾ ਰੋਲ ਅਦਾ ਕੀਤਾ ਹੋਵੇ, ਤੁਹਾਨੂੰ ਮੈਨੇਜ ਕਰਨਾ ਆਉਂਦਾ ਹੋਵੇ ਬਿਜ਼ਨਸ ਨੂੰ। ਜਿਨ੍ਹਾਂ ਲੋਕਾਂ ਨੂੰ ਬਿਜ਼ਨਸ ਓਨਰ ਦੇ ਤੌਰ ਤੇ ਜ਼ਿਆਦਾ ਤਜਰਬਾ ਹੁੰਦਾ ਹੈ ਉਹਨਾਂ ਨੂੰ ਹਾਇਰ ਪੁਆਇੰਟ ਵੀ ਮਿਲਦੇ ਹਨ। ਇੱਥੇ ਗੱਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਤੁਸੀਂ ਬਿਜ਼ਨਸ ਓਨਰ ਦਾ ਐਕਸਪੀਰੀਅੰਸ ਲਾ ਰਹੇ ਹੋ ਤਾਂ ਜਿਸ ਬਿਜ਼ਨਸ ਨੂੰ ਵੀ ਤੁਸੀਂ ਗਵਰਨਮੈਂਟ ਆਫ ਕੈਨੇਡਾ ਨੂੰ ਮੈਨੀਟੋਬਾ ਗਵਰਨਮੈਂਟ ਨੂੰ ਦਿਖਾ ਰਹੇ ਹੋ ਉਸ ਬਿਜ਼ਨਸ ਵਿੱਚ ਤੁਹਾਡਾ 33% ਦੀ ਤੁਹਾਡੀ ਓਨਰਸ਼ਿਪ ਤੁਹਾਡੀ ਮਾਲਕੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਤੁਸੀਂ ਫੇਰ ਹੀ ਦਿਖਾ ਸਕਦੇ ਹੋ। ਉਸ ਤੋਂ ਬਿਨਾ ਲੈਂਗੁਏਜ ਦੀ ਗੱਲ ਕਰੀਏ ਤਾਂ ਤੁਹਾਨੂੰ ਮਿਨੀਮਮ CLB 5 ਚਾਹੀਦਾ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਜੋ ਲੈਂਗੁਏਜ ਹੈ ਉਹਦੀ ਬਹੁਤ ਜ਼ਿਆਦਾ ਕੋਈ ਵੱਡੀ ਡਿਮਾਂਡ ਨਹੀਂ ਕਿ ਮਿਨੀਮਮ CLB 5 ਦੇ ਬਰਾਬਰ ਹੀ ਤੁਹਾਡੇ ਆਈਲੈਟਸ ਦੇ ਵਿੱਚੋਂ ਬੈਂਡ ਚਾਹੀਦੇ। ਐਜੂਕੇਸ਼ਨ ਦੀ ਅਸੀਂ ਨੈਕਸਟ ਗੱਲ ਕਰੀਏ ਤਾਂ ਤੁਹਾਡੀ ਸੈਕੰਡਰੀ ਐਜੂਕੇਸ਼ਨ ਹੈ ਪ੍ਰੋਗਰਾਮ ਦੇ ਅਧੀਨ ਮੰਨ ਲਿਆ ਜਾਂਦਾ ਹੈ। ਇਸ ਤੋਂ ਬਿਨਾ ਏਜ ਦੇ ਲਈ ਤੁਹਾਨੂੰ ਪੁਆਇੰਟਸ ਮਿਲਦੇ ਹਨ। ਤੋਂ 25 ਤੋਂ ਲੈ ਕੇ 49 ਸਾਲ ਦੀ ਉਮਰ ਤੁਹਾਡੀ ਹੋਣੀ ਚਾਹੀਦੀ ਹੈ। ਹੁਣ ਸਭ ਤੋਂ ਇੰਪੋਰਟੈਂਟ ਗੱਲ ਹੈ ਜੋ ਉਹ ਇਹ ਹੈ ਕਿ ਜਦੋਂ ਤੁਸੀਂ ਮੈਨੀਟੋਬਾ ਦੇ ਵਿੱਚ ਆ ਕੇ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, ਬਿਜ਼ਨਸ ਇਨਵੈਸਟਰ ਦੇ ਤੌਰ ਤੇ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਿਨੀਮਮ ਇਨਵੈਸਟਮੈਂਟ ਹੈ ਜਿਹੜੀ ਉਹ $2.5 ਲੱਖ ਹੋਣੀ ਚਾਹੀਦੀ ਹੈ। ਅਗਰ ਤੁਸੀਂ ਮੈਨੀਟੋਬਾ ਕੈਪੀਟਲ ਰੀਜਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਕੋਈ ਕੰਮ ਸਟਾਰਟ ਕਰਨਾ ਚਾਹੁੰਦੇ ਹੋ, ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ। ਮੈਨੀਟੋਬਾ ਕੈਪੀਟਲ ਰੀਜਨ ਤੋਂ ਭਾਵ ਹੈ ਉਥੋਂ ਦੀ ਕੈਪੀਟਲ ਵਿਨੀਪੈਗ ਜਾਂ ਉਹਦੇ ਬਹੁਤ ਹੀ ਜ਼ਿਆਦਾ ਨਜ਼ਦੀਕ ਏਰੀਆ। ਇਸ ਤੋਂ ਬਾਅਦ ਅਗਰ ਤੁਸੀਂ ਮੈਨੀਟੋਬਾ ਕੈਪੀਟਲ ਰੀਜਨ ਤੋਂ ਬਾਹਰ ਦੂਰ ਜਿਵੇਂ ਥੌਮਸਨ ਸਿਟੀ ਹੋ ਗਈ ਜਾਂ ਹੋਰ ਦੂਰ ਦਰਾਡੇ ਜਾ ਕੇ ਵਸਣਾ ਚਾਹੁੰਦੇ ਹੋ, ਉੱਥੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਇਹੀ ਤੁਹਾਡੀ ਰਿਕੁਆਇਰਮੈਂਟ ਹੈ ਜਿਹੜੀ ਮਿਨੀਮਮ ਇਨਵੈਸਟਮੈਂਟ ਦੀ ਉਹ ਘਟ ਕੇ $1.5 ਲੱਖ ਰਹਿ ਜਾਂਦੀ ਹੈ। ਤੁਹਾਡਾ ਪ੍ਰਪੋਜ਼ਡ ਬਿਜ਼ਨਸ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਕਮ ਸੇ ਕਮ ਇੱਕ ਕੈਨੇਡੀਅਨ ਸਿਟੀਜ਼ਨ ਜਾਂ ਇੱਕ ਪਰਮਾਨੈਂਟ ਰੈਜ਼ੀਡੈਂਟ ਜੋ ਆਲਰੇਡੀ ਮੈਨੀਟੋਬਾ ਦੇ ਵਿੱਚ ਰਹਿ ਰਿਹਾ ਹੈ ਉਸ ਨੂੰ ਤੁਸੀਂ ਨੌਕਰੀ ਦੇਣ ਦੇ ਕਾਬਿਲ ਹੋਵੋ। ਬਿਜ਼ਨਸ ਕੈਟਾਗਰੀ ਬਿਜ਼ਨਸ ਇਨਵੈਸਟਰ ਕੈਟਾਗਰੀ ਦੇ ਵਿੱਚ ਇਹਨਾਂ ਰਿਕੁਆਇਰਮੈਂਟਸ ਤੋਂ ਬਿਨਾ ਇੱਕ ਬਹੁਤ ਹੀ ਸਪੈਸ਼ਲ ਚੀਜ਼ ਹੈ ਦੈਟ ਇਜ਼ ਬਿਜ਼ਨਸ ਪਲਾਨ। ਤੁਸੀਂ ਆਪਣਾ ਪੂਰਾ ਬਿਜ਼ਨਸ ਪਲਾਨ ਬਣਾ ਕੇ ਇਮੀਗ੍ਰੇਸ਼ਨ ਮੈਨੀਟੋਬਾ ਨੂੰ ਦੇਣਾ ਹੁੰਦਾ ਹੈ। ਬਿਜ਼ਨਸ ਪਲਾਨ ਬਣਾਉਣ ਵੇਲੇ ਰਿਸਰਚ ਦੀ ਲੋੜ ਹੁੰਦੀ ਹੈ। ਤੁਸੀਂ ਚੰਗੇ ਵਕੀਲ ਤੋਂ ਚੰਗੇ ਕੰਸਲਟੈਂਟ ਤੋਂ ਬਿਜ਼ਨਸ ਪਲਾਨ ਦੀ ਹੈਲਪ ਲੈ ਸਕਦੇ ਹੋ। ਇਹਦੇ ਵਿੱਚ ਤੁਸੀਂ ਆਪਣਾ ਪੂਰਾ ਫਿਊਚਰ ਬਿਜ਼ਨਸ ਪਲਾਨ ਦੱਸਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਨਵੈਸਟਮੈਂਟ ਕਰੋਗੇ, ਕਿਵੇਂ ਤੁਸੀਂ ਮੈਨੀਟੋਬਾ ਦੇ ਵਿੱਚ ਬਿਜ਼ਨਸ ਸਟਾਰਟ ਕਰਕੇ ਆਪਦੇ ਆਪ ਨੂੰ ਸਫਲ ਬਣਾਉਣ ਦਾ ਪਲਾਨ ਰੱਖ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਡੈਪਟੇਬਿਲਿਟੀ ਦੇ ਨੰਬਰ ਵੀ ਮਿਲਦੇ ਹਨ। ਫੋਰ ਐਗਜ਼ਾਮਪਲ ਅਗਰ ਤੁਹਾਡੇ ਸਪਾਊਸ ਦੇ ਵੀ CLB 5 ਹਨ ਜਾਂ ਉਦੋਂ ਹਾਇਰ ਪੁਆਇੰਟਸ ਨੇ ਤਾਂ ਉਸ ਤੇ ਵੀ ਤੁਹਾਨੂੰ ਪੁਆਇੰਟ ਮਿਲਦੇ ਹਨ। ਅਗਰ ਤੁਹਾਡਾ ਔਰ ਤੁਹਾਡੇ ਸਪਾਊਸ ਦਾ ਕੋਈ ਕਲੋਜ਼ ਰਿਲੇਟਿਵ ਮੈਨੀਟੋਬਾ ਦੇ ਵਿੱਚ ਰਹਿ ਰਿਹਾ ਹੈ 1 ਸਾਲ ਤੋਂ ਜ਼ਿਆਦਾ ਤਾਂ ਤੁਹਾਨੂੰ ਉਸ ਚੀਜ਼ ਦੇ ਲਈ ਵੀ ਕੰਸੀਡਰ ਕੀਤਾ ਜਾਂਦਾ ਹੈ, ਉਸ ਤੇ ਵੀ ਤੁਹਾਨੂੰ ਪੁਆਇੰਟਸ ਦਿੱਤੇ ਜਾਂਦੇ ਹਨ। ਅਗਰ ਤੁਸੀਂ ਜਾਂ ਤੁਹਾਡਾ ਸਪਾਊਸ ਆਲਰੇਡੀ ਫੁੱਲ ਟਾਈਮ ਸਟੱਡੀ ਕਰ ਚੁੱਕਿਆ ਹੈ ਕਮ ਸੇ ਕਮ 1 ਸਾਲ ਮੈਨੀਟੋਬਾ ਦੇ ਵਿੱਚ ਤਾਂ ਵੀ ਤੁਹਾਨੂੰ ਪੁਆਇੰਟਸ ਦਿੱਤੇ ਜਾਂਦੇ ਆ, ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿਉਂਕਿ ਤੁਹਾਡੇ ਕੋਲੇ ਮੈਨੀਟੋਬਾ ਦੇ ਵਿੱਚ ਰਹਿਣ ਦਾ ਤਜਰਬਾ ਹੁੰਦਾ ਹੈ। ਇਸ ਤੋਂ ਅੱਗੇ ਆਉਂਦੀ ਹੈ ਮੋਸਟ ਸਪੈਸ਼ਲ ਥਿੰਗ ਨੈਟਵਰਥ। ਤੁਹਾਡੇ ਕੋਲੇ ਮਿਨੀਮਮ ਤੁਹਾਡੀ ਜੋ ਨੈਟਵਰਥ ਹੈ ਉਹ $5 ਲੱਖ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੀ ਜਾਇਦਾਦ ਦਾ ਪੂਰਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਜੋ ਨੈਟਵਰਥ ਹੈ ਉਹ ਤੁਹਾਡੇ ਜਾਂ ਤੁਹਾਡੀ ਸਪਾਊਸ ਦੇ ਨਾਮ ਤੇ ਹੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਨੈਟਵਰਥ ਦੀਆਂ ਰਿਪੋਰਟਸ ਤਿਆਰ ਕਰਦੇ ਹੋ। ਫਿਰ ਇਹ ਜੋ ਨੈਟਵਰਥ ਹੈ ਇਹ ਇਮੀਗ੍ਰੇਸ਼ਨ ਮੈਨੀਟੋਬਾ ਦੁਆਰਾ ਹੀ ਉਹਨਾਂ ਦੁਆਰਾ ਅਪਰੂਵਡ ਏਜੰਸੀਜ਼ ਦੁਆਰਾ ਵੀ ਵੈਰੀਫਾਈ ਕੀਤੀ ਜਾਂਦੀ ਹੈ ਜਿਹਨੂੰ ਕਿ ਥਰਡ ਪਾਰਟੀ ਸਪਲਾਇਰ ਅਪਰੂਵਲ ਵੀ ਕਿਹਾ ਜਾਂਦਾ ਹੈ। ਤੁਹਾਡੇ ਨੈਟਵਰਕ ਦੀ ਵੈਰੀਫਿਕੇਸ਼ਨ ਰਿਪੋਰਟ ਹੈ ਜਿਹੜੀ ਉਹ ਤੁਹਾਡੀ ਐਪਲੀਕੇਸ਼ਨ ਦੇ ਨਾਲ ਲੱਗਦੀ ਹੈ। ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਦੇ ਹੋ ਤਾਂ ਫਿਰ ਹੀ ਤੁਸੀਂ ਬਿਜ਼ਨਸ ਇਨਵੈਸਟਰ ਪ੍ਰੋਗਰਾਮ ਮੈਨੀਟੋਬਾ ਦੇ ਲਈ
ਐਲੀਜੀਬਲ ਹੁੰਨੇ ਹੋ। ਇਸ ਦੇ ਨਾਲ ਹੀ ਇੱਕ ਇੰਪੋਰਟੈਂਟ ਫੈਕਟਰ ਇਹ ਵੀ ਆਉਂਦਾ ਹੈ ਕਿ ਜਦੋਂ ਤੁਸੀਂ ਬਿਜ਼ਨਸ ਪਲਾਨ ਆਪਣਾ ਇਮੀਗ੍ਰੇਸ਼ਨ ਮੈਨੀਟੋਬਾ ਨੂੰ ਸਬਮਿਟ ਕਰਦੇ ਹੋ ਤਾਂ ਤੁਸੀਂ ਐਕਸਪਲੋਇਟਰੀ ਵਿਜ਼ਿਟ ਤੇ ਵੀ ਇੱਥੇ ਆ ਸਕਦੇ ਹੋ। तो भाव है कि कोई भी इन्वेस्टर है, गवर्नमेंट भी समझती है कि जिस बंदे ने भी इन्वेस्टमेंट करनी है, आपदा इन्ना पैसा आके इस मुल्क दे विच लाउणा है, तां ये जरूरी है कि वो आके सब तो पहला इत्थे देखे कि किस तरह के बिजनेस चलते हैं, कि वो जो बिजनेस करन बारे इत्थे सोच रहा है वो सक्सैसफुली चलेगा, तां ओहदे बिहाफ ते तुसीं एज अ विजिटर आके पहला इत्थे मैनीटोबा ਦੇ ਏਰੀਆਜ਼ ਨੂੰ ਜਿੱਥੇ ਬਿਜ਼ਨਸ ਕਰਨਾ ਚਾਹੁੰਦੇ ਹੋ ਉਹਨੂੰ ਐਕਸਪਲੋਰ ਵੀ ਕਰ ਸਕਦੇ ਹੋ। ਜਦੋਂ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ, ਇਮੀਗ੍ਰੇਸ਼ਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਾਂਜੀ ਜਿੰਨੀਆਂ ਵੀ ਸ਼ਰਤਾਂ ਬਿਜ਼ਨਸ ਇਨਵੈਸਟਰ ਪ੍ਰੋਗਰਾਮ ਦੇ ਲਈ ਰੱਖੀਆਂ ਗਈਆਂ ਹਨ ਉਹ ਸਾਰੀਆਂ ਸ਼ਰਤਾਂ ਤੇ ਤੁਸੀਂ ਪੂਰੇ ਉਤਰਦੇ ਹੋ। ਤੁਹਾਡੀ ਨੈਟਵਰਕ ਦੀ ਵੈਰੀਫਿਕੇਸ਼ਨ ਵੀ ਹੋ ਗਈ ਹੈ, ਤੁਸੀਂ ਸਾਰਾ ਸਫੀਸ਼ੀਐਂਟ ਬੈਲੈਂਸ ਹੈ ਜੋ ਬੈਂਕ ਸਟੇਟਮੈਂਟਸ ਤੁਹਾਡੇ ਅਡੈਪਟੇਬਿਲਿਟੀ ਦੇ, ਤੁਹਾਡੇ ਐਜੂਕੇਸ਼ਨ ਦੇ, ਤੁਹਾਡੇ ਆਈਲੈਟਸ ਦੇ एवरीथिंग उन्होंने चेक कर ली है, तो उस तो बाद तुहाडी एप्लीकेशन नूं अप्रूव किया जाता है। अप्रूव करन ते तुहाडे नाल एक बिजनेस परफॉर्मेंस एग्रीमेंट है जो वो मैनीटोबा गवर्नमेंट ते तुहाडे विचकार हुंदा है। ये एग्रीमेंट इसे ही बिहाफ ते हुंदा है जिहदे विच शर्तां रखियां जांदियां हन कि हांजी तुसीं जो भी अपनी एप्लीकेशन दे विच दिता है कि आ बिजनेस मैं आउण वाले 2 सालां दे विच खोलांगा, तां इस कमिटमेंट तो तुसीं भज नहीं सकदे। वो तुहानूं उत्थे आके खोलना पवेगा, इन्वेस्टमेंट तुहानूं प्रॉपर करनी पवेगी। तुसीं फिर बिजनेस परफॉर्मेंस एग्रीमेंट नूं साइन करके दोबारा मैनीटोबा गवर्नमेंट नूं भेजदे हो, इमीग्रेशन नूं भेजदे हो, और फिर तुहानूं लैटर ऑफ सपोर्ट भेजिया जांदा है जिहदे बिहाफ ते तुसीं अपना वर्क परमिट अप्लाई करदे हो। ये वर्क परमिट पहलां तुहानूं 2 साल दे लई दिता जांदा है। ये 2 साल का वर्क परमिट इसे लिए दिता जाता है क्योंकि तुहाडे ते ये शर्त रखी गई है कि 2 साल दे विच ही तुसीं अपना जो पैसा है उत्थे इन्वेस्टमेंट करनी है और उत्थे कोई ना कोई बिजनेस खोलना है जिसका तुसी बिजनेस प्लान दिता है। सो 2 साल का वर्क परमिट तुहानूं दिता जाता है। जदों तुसी आपदियां कंडीशनस उत्थे पूरीआं कर दिंदे हो, अपना प्रॉपर बिजनेस एस्टैबलिश कर लैंदे हो, तो उस तो बाद तुहाडा पीआर का जो प्रोसैस है वो शुरू हो जाता है। मैनीटोबा बिजनेस इन्वेस्टर प्रोग्राम दे विच बहुत सारे लोगों ने पिछले समय दे विच अप्लाई भी किया, सक्सैसफुली एप्लीकेशनस होईयां और एज अ बिजनेस इन्वेस्टर लोग मैनीटोबा दे विच आके वसे भी और सक्सैसफुली बिजनेस भी कर रहे हैं, बशर्ते कि तुहाडे कोले मिनिमम इन्वेस्टमेंट और नैटवर्थ दी जो कंडीशन है उहनूं तुसीं पूरी करदे होवो। इहदे विच कोई शक नहीं कि बिजनेस इन्वेस्टर प्रोग्राम है जो वो हर किसी दे लई नहीं है। जो लोग जो मित्र ये सोचते हैं कि असीं बिजनेस इन्वेस्टर प्रोग्राम दे विच आउण लई आपदे खेत वेच दांगे, असीं आपदा घर वेच के पैसे पूरे करके दे देंगे, उन्हां नूं इस प्रोग्राम दे विच हिस्सा नहीं लेना चाहिए। अपना सब कुछ वेच वट के जो वाकया ही फाइनैंशियली स्ट्रोंग है, वाकई ही बिजनेस दा उन्हां नूं तजर्बा भी है और उन्हां कोले इन्वेस्टमेंट दे लई पैसा भी है, उन्हां नूं ही बिजनेस इन्वेस्टर स्ट्रीम दे विच हिस्सा लेना चाहिए है। नवीं इमीग्रेशन अपडेट्स दे लई जुड़े रहो तुहाडे अपने चैनल एमीजोन कैनेडा दे नाल।